ਹੈਲੋ ਡੀਅਰ ਸਟੂਡੈਂਟਸ। ਹਾਂਜੀ, ਅੱਜ ਦੇ ਵੀਡੀਓ ਲੈਸਨ ਦੇ ਵਿੱਚ ਮੈਂ ਲੈ ਕੇ ਆਈ ਹਾਂ ਤੁਹਾਡੇ ਲਈ 10th ਕਲਾਸ ਦੀ ਇੰਗਲਿਸ਼ ਦਾ ਸੈਕੰਡ ਲੈਸਨ ਵੇਅਰ ਇਜ਼ ਸਾਇੰਸ ਟੇਕਿੰਗ ਅਸ। ਮੇਨ ਕੋਰਸ ਬੁੱਕ ਦੇ ਵਿੱਚੋਂ ਹੈ ਇਹ। ਅੱਜ ਅਸੀਂ ਲੈਸਨ ਨੂੰ ਰੀਡ ਕਰਾਂਗੇ ਅਤੇ ਅੰਡਰਸਟੈਂਡ ਕਰਾਂਗੇ ਕਿ ਕੀ ਕਿਹਾ ਗਿਆ ਇਹਦੇ ਵਿੱਚ, ਠੀਕ ਹੈ, ਤਾਂ ਕਿ ਜਦੋਂ ਤੁਸੀਂ ਕੁਐਸਚਨ ਆਨਸਰਸ ਵਗੈਰਾ ਕਰੋ ਤਾਂ ਕੋਈ ਡਾਊਟ ਨਾ ਰਹੇ। ਸੋ ਇਹ ਹੈ ਤੁਹਾਡਾ ਲੈਸਨ। ਸੋ ਕਰਦੇ ਹਾਂ ਸਟਾਰਟ। ਫਸਟ ਆਫ ਆਲ ਆਪਾਂ ਦੱਸਦੀ ਹਾਂ ਜਿਹੜਾ ਬ੍ਰੈਕਟ ਲਾਈਨ ਲਿਖੀਆਂ ਜਾਂ ਕੀ ਮਤਲਬ ਆ, ਕਿਹਦੇ ਬਾਰੇ ਗੱਲ ਕਰ ਰਿਹਾ ਲੇਖਕ ਇਹਦੇ ਵਿੱਚ। ਵਿਗਿਆਨ ਜਾਣੀ ਸਾਇੰਸ ਦੇ ਉਦੇਸ਼ਾਂ ਅਤੇ ਅੰਤਮ ਟੀਚਿਆਂ ਦੀ ਗੱਲ ਕਰ ਰਿਹਾ ਲੇਖਕ ਇਸ ਲੈਸਨ ਦੇ ਵਿੱਚ, ਠੀਕ ਹੈ ਬੇਟਾ। ਹੁਣ ਦੇਖੋ ਆਪਾਂ ਇੱਥੋਂ ਚੱਲ ਕਰਦੇ ਹਾਂ ਸਟਾਰਟ। ਵੈਨ ਮੈਨ ਫਸਟ ਬਿਗਨ ਟੂ ਥਿੰਕ, ਜਦੋਂ ਵਿਅਕਤੀ ਨੇ ਜਾਂ ਆਦਮੀ ਨੇ ਜਾਂ ਮਨੁੱਖ ਨੇ ਪਹਿਲੀ ਵਾਰ ਸੋਚਣਾ ਸ਼ੁਰੂ ਕੀਤਾ। ਹੀ ਆਸਕਡ ਹਿਮਸੈਲਫ, ਉਸਨੇ ਆਪਣੇ ਆਪ ਨੂੰ ਪੁੱਛਿਆ ਦ ਡੀਪੈਸਟ ਆਫ ਆਲ ਕੁਐਸਚਨਸ, ਸਾਰੇ ਪ੍ਰਸ਼ਨਾਂ ਤੋਂ ਗਹਿਰਾ ਪ੍ਰਸ਼ਨ। A question which you have undoubtedly asked yourself many times। ਬਿਨਾਂ ਸ਼ੱਕ, undoubtedly ਬਿਨਾਂ ਸ਼ੱਕ ਦੇ ਕਹਿੰਦਾ ਇਹ ਕੁਐਸਚਨ ਜਿਹੜਾ ਇਹ ਪ੍ਰਸ਼ਨ ਆ ਤੁਸੀਂ ਆਪ ਬਿਨਾਂ ਸ਼ੱਕ ਦੇ ਆਪਣੇ ਆਪ ਨੂੰ ਬੜੀ ਵਾਰ ਪੁੱਛਿਆ ਹੋਣਾ many times। What is the meaning of life? ਜ਼ਿੰਦਗੀ ਦਾ ਜਾਂ ਜੀਵਨ ਦਾ ਕੀ ਅਰਥ ਹੈ। What is it all about? ਇੱਕ ਸਭ ਕਿਸ ਦੇ ਬਾਰੇ ਵਿੱਚ ਹੈ, ਕਿਸ ਵਿਸ਼ੇ ਵਿੱਚ ਹੈ। Where are we all going? ਅਸੀਂ ਸਾਰੇ ਕਿੱਧਰ ਨੂੰ ਜਾ ਰਹੇ ਹਾਂ। What drive men ever forward to work and worry? ਉਹ ਕਿਹੜੀ ਚੀਜ਼ ਹੈ ਜਿਹੜੀ ਮਨੁੱਖ ਨੂੰ ਹਮੇਸ਼ਾ ਅੱਗੇ ਵੱਧ ਕੇ ਕੰਮ ਕਰਨ, ਵਰੀ ਹੁੰਦਾ ਚਿੰਤਾ ਜਾਂ ਚਿੰਤਾ ਕਰਨ ਲਈ ਪ੍ਰੇਰਿਤ ਕਰਦੀ ਹੈ। ਸੋ ਇਹ ਹੋ ਗਿਆ ਫਸਟ ਪੈਰਾਗ੍ਰਾਫ। ਹੁਣ ਸੈਕਿੰਡ। ਨਾਓ ਦੇਅਰ ਇਜ਼ ਐਨ ਅਦਰ ਬਿਗ ਕੁਐਸਚਨ, ਅਤੇ ਹੁਣ ਇੱਕ ਹੋਰ ਵੱਡਾ ਪ੍ਰਸ਼ਨ ਆ, ਬਿਗ ਕੁਐਸਚਨ ਆ। A newer question which is beginning to force itself into our notice। newer means ਨਵਾਂ, ਜਿਹੜਾ ਦੂਜਾ ਹੁਣ ਨਵਾਂ ਵੱਡਾ ਪ੍ਰਸ਼ਨ ਆ ਉਹ ਸਾਡੇ ਧਿਆਨ ਵਿੱਚ ਜ਼ਬਰਦਸਤੀ ਹੁਣ ਆਉਣਾ ਸ਼ੁਰੂ ਹੋ ਗਿਆ। ਨੋਟਿਸ 'ਚ ਆਉਣਾ, ਫੋਰਸ ਹੁੰਦਾ ਜ਼ਬਰਦਸਤੀ, ਠੀਕ ਹੈ, ਅਤੇ ਵੀ ਜ਼ਬਰਦਸਤੀ ਸਾਡੇ ਧਿਆਨ ਦੇ ਵਿੱਚ ਨੋਟਿਸ ਦੇ ਵਿੱਚ ਉਹ ਆ ਰਿਹਾ। ਕਿਹੜਾ ਵਨ ਦੈਟ ਇਜ਼ ਨਾਟ ਏਜ ਓਲਡ, ਜਿਹੜਾ ਕਿ ਸਦੀਆਂ ਪੁਰਾਣਾ ਨਹੀਂ ਹੈਗਾ। that has not even with us since man first began to think। ਇਹ ਉਦੋਂ ਵੀ ਸਾਡੇ ਨਾਲ ਨਹੀਂ ਸੀ ਜਾਂ ਇਹ ਪ੍ਰਸ਼ਨ ਉਦੋਂ ਸਾਡੇ ਕੋਲ ਉਦੋਂ ਤੋਂ ਨਹੀਂ ਹੈ ਜਦੋਂ ਮਨੁੱਖ ਨੇ ਪਹਿਲੀ ਵਾਰ ਸੋਚਣਾ ਸ਼ੁਰੂ ਕੀਤਾ। where is science taking us? ਕਿ ਵਿਗਿਆਨ ਸਾਨੂੰ, ਪ੍ਰਸ਼ਨ ਕੀ ਆ ਉਹ ਕਿ ਵਿਗਿਆਨ ਸਾਨੂੰ ਕਿੱਧਰ ਨੂੰ ਲੈ ਕੇ ਜਾ ਰਿਹਾ ਹੈ, ਠੀਕ ਹੈ। ਸੋ ਇਹ ਹੋ ਗਿਆ। ਹੁਣ ਅੱਗੇ ਲਈ ਸਲਾਈਡ 'ਤੇ ਚੱਲਦੇ ਹਾਂ ਆਪਾਂ। ਓਕੇ, ਨੈਕਸਟ ਪੈਰਾ। ਫਸਟ, where is science taking us with regard to ethic and spiritual values? ethic ਹੁੰਦੀਆਂ ਨੇ ਬੇਟਾ ਨੈਤਿਕ, ਅਤੇ spiritual means ਅਧਿਆਤਮਿਕ ਮੁੱਲਾਂ ਦੀ ਗੱਲ ਹੋ ਰਹੀ। values means ਮੁੱਲ। ਪਹਿਲੀ ਗੱਲ ਇਹ ਹੈ ਕਿ ਵਿਗਿਆਨ ਸਾਨੂੰ ਨੈਤਿਕ ਅਤੇ ਅਧਿਆਤਮਿਕ ਗੁਣਾਂ ਦੇ ਵਿਸ਼ੇ ਵਿੱਚ ਕਿੱਥੇ ਲੈ ਕੇ ਜਾ ਰਿਹਾ ਹੈ। ਜਿਹੜੀ ਪ੍ਰਸ਼ਨ ਉੱਠ ਰਿਹਾ ਉਹ ਹੈ ਵੀ ਜਿਹੜਾ ਵਿਗਿਆਨ ਆ ਭੌਤਿਕ ਚੀਜ਼ਾਂ ਬਾਰੇ ਤਾਂ ਬਹੁਤ ਕੰਮ ਕਰ ਰਿਹਾ, ਤਾਂ ਉਹ ਜਿਹੜੀਆਂ ਨੈਤਿਕ ਔਰ ਜਿਹੜੀਆਂ ਅਧਿਆਤਮਿਕ ਚੀਜ਼ਾਂ ਨੇ ਜਾਂ ਮੁੱਲ ਨੇ ਉਹਨਾਂ ਬਾਰੇ ਕੀ ਕਰ ਰਿਹਾ। ਵੀ ਨੋ ਵਾਟ ਇਟ ਇਜ਼ ਡੂਇੰਗ ਵਿਦ ਰਿਗਾਰਡ ਟੂ ਮਟੀਰੀਅਲ ਥਿੰਗਸ। ਹਾਂਜੀ, ਉਹ ਗੱਲ ਆ ਗਈ। ਹੁਣ ਕਹਿੰਦੇ ਸਾਨੂੰ ਇਹ ਤਾਂ ਪਤਾ ਗਾ ਕਿ ਭੌਤਿਕ ਪਦਾਰਥਾਂ ਦੇ ਵਿਸ਼ੇ ਵਿੱਚ ਵਿਗਿਆਨ ਕੀ ਕਰ ਰਿਹਾ ਹੈ। ਫॉर ਮਟੀਰੀਅਲ ਥਿੰਗਸ ਆਰ ਇਟਸ ਡੇਲੀ ਬਿਜ਼ਨਸ। ਹਾਂ, ਕਹਿੰਦੇ ਜਿਹੜੇ ਭੌਤਿਕ ਚੀਜ਼ਾਂ ਨੇ ਉਸ ਦੇ ਬਾਰੇ ਵਿੱਚ ਜਾਂ ਉਹ ਉਹਦੇ ਰੋਜ਼ ਦੇ ਕੰਮ ਨੇ, ਠੀਕ, ਰੋਜ਼ ਦੇ ਕੰਮ ਆਉਣਾ, ਰੋਜ਼ ਦਾ ਬਿਜ਼ਨਸ ਆ, ਮੀਨਸ ਭੌਤਿਕ ਚੀਜ਼ਾਂ ਹੀ ਬਣਾਉਂਦਾ ਵਿਗਿਆਨ। ਬਟ what it is doing with regard to non material things। non material things mean ਜਿਹੜੀਆਂ ਅਭੌਤਿਕ ਚੀਜ਼ਾਂ ਨੇ, ਆੜਾ ਲੱਗ ਜੂ ਭੌਤਿਕ ਦੇ ਮੂਹਰੇ, ਜਿਹੜੀਆਂ ਅਭੌਤਿਕ ਚੀਜ਼ਾਂ ਨੇ ਪਦਾਰਥਾਂ ਤੋਂ ਬਿਨਾਂ ਨੇ ਉਹਦੇ ਬਾਰੇ ਵਿੱਚ ਕੀ ਕਰ ਰਿਹਾ ਗਾ। ਇਫ ਦਾ ਆਂਸਰ ਵਰ ਨਥਿੰਗ ਐਟ ਆਲ ਦੈਟ ਵੁੱਡ ਬੀ ਬੈਡ ਇਨਫ। ਕਹਿੰਦੇ ਜੇ ਉੱਤਰ ਇਹ ਹੁੰਦਾ ਕੁਝ ਵੀ ਨਹੀਂ, ਠੀਕ ਆ, ਨਥਿੰਗ ਐਟ ਆਲ ਦਾ ਮੀਨਸ ਕੁਝ ਵੀ ਨਹੀਂ, ਤਾਂ ਇਹ ਬਹੁਤ ਬੁਰਾ ਹੈ। ਬਟ the actual answer is less than nothing। ਜਦ ਕਿ ਐਕਚੁਅਲ ਮੀਨਸ ਅਸਲ ਆਨਸਰ ਕੀ ਆ, ਅਸਲ ਉੱਤਰ ਕੀ ਆ, ਕੁਝ ਨਹੀਂ ਤੋਂ ਵੀ ਘੱਟ। ਲੈਸ ਦੈਨ ਨਥਿੰਗ, ਕੁਝ ਨਹੀਂ ਤੋਂ ਵੀ ਘੱਟ। ਹੇਅਰ ਸਾਇੰਸ ਇਜ਼ ਐਕਚੁਅਲੀ ਡੂਇੰਗ ਲੈਸ ਦੈਨ ਨਥਿੰਗ। ਕਹਿੰਦੇ ਇੱਥੇ ਸਾਇੰਸ ਇਹਨਾਂ ਮਾਮਲਿਆਂ ਦੇ ਵਿੱਚ ਸਾਇੰਸ ਕੁਝ ਵੀ ਨਹੀਂ, ਕੁਝ ਤੋਂ ਵੀ ਘੱਟ ਕਰ ਰਿਹਾ। ਇਟਸ ਮਟੀਰੀਅਲ ਟੀਚਿੰਗ ਹੈਵ ਬੀਨ ਸੋ ਫਾਰ ਐਮਫੇਸਾਈਜ਼ਡ that many people are floundering। ਨਵਾਂ ਵਰਡ ਆਇਆ ਐਮਫੇਸਾਈਜ਼, ਨਵਾਂ ਵਰਡ। ਐਮਫੇਸਾਈਜ਼ ਮੀਨਸ ਜ਼ੋਰ ਦੇਣਾ, ਫਲਾਊਂਡਰਿੰਗ ਵੀ ਨਵਾਂ ਵਰਡ ਆ। ਇਹਦਾ ਮਤਲਬ ਛਟਪਟਾਣਾ। ਜਦੋਂ ਆਪਾਂ ਕੁਝ ਕਹਿਣਾ ਚਾਹ ਰਹੇ ਹਾਂ ਜਾਂ ਕੁਝ
ਕਰਨਾ ਚਾਹ ਰਹੇ ਹਾਂ ਪਰ ਅਸੀਂ ਉਹ ਕਰ ਨਹੀਂ ਪਾਉਂਦੇ। ਛਟਪਟਾਉਣਾ ਜਿਵੇਂ ਆਪਾਂ ਪੰਜਾਬੀ 'ਚ ਵਰਡ ਕਹਿੰਦੇ ਹਾਂ, ਇਹਦਾ ਮਤਲਬ ਇਹ ਆ। ਐਂਡ ਵੰਡਰਿੰਗ ਵੈਦਰ ਆਫਟਰ ਆਲ ਮੈਨ ਇਜ਼ ਬਟ ਅ ਮਸ਼ੀਨ ਐਨੀਮੇਟਡ ਬਾਈ ਫੋਰਸਿਸ ਓਵਰ ਵਿਚ ਹੀ ਹੈਜ਼ ਨੋ ਕੰਟਰੋਲ। ਕੀ ਮਤਲਬ ਹੈ ਇਸ ਸਾਰੀ ਲਾਈਨ ਦਾ, ਸੈਂਟੈਂਸ ਦਾ? ਕਹਿੰਦਾ ਆਪਾਂ ਜਿਹੜੀਆਂ ਇਸ ਦੀਆਂ ਭੌਤਿਕ ਸਿੱਖਿਆਵਾਂ ਨੂੰ ਤਾਂ ਇੰਨਾ ਜ਼ਿਆਦਾ ਵਜ਼ਨ ਦਿੱਤਾ ਜਾ ਰਿਹਾ ਵੀ ਇਹਨੇ ਆਹ ਚੀਜ਼ ਬਣਾਤੀ, ਆਹ ਚੀਜ਼ ਬਣਾਤੀ, ਇਹਨਾਂ ਚੀਜ਼ਾਂ 'ਤੇ ਤਾਂ ਜ਼ੋਰ ਦਿੱਤਾ ਜਾ ਰਿਹਾ, ਪਰ ਲੋਕ ਨੇ ਜਿਹੜੇ ਉਹ ਤਾਂ ਛਟਪਟਾ ਰਹੇ ਨੇ, ਭਟਕਣ ਲੱਗੇ ਨੇ, ਹੈਰਾਨ ਹੋ ਰਹੇ ਨੇ, ਸੋਚ ਰਹੇ ਨੇ ਕਿ ਆਖਰ ਮਨੁੱਖ ਇੱਕ ਮਸ਼ੀਨ ਆ ਜਿਹਦਾ ਅਜਿਹੀਆਂ ਸ਼ਕਤੀਆਂ ਦਾ ਦੁਆਰਾ ਸੰਚਾਲਨ ਕੀਤਾ ਜਾ ਰਿਹਾ ਜਿਹ 'ਤੇ ਉਹਦਾ ਆਪਦਾ ਹੀ ਕੋਈ ਕੰਟਰੋਲ ਨਹੀਂ ਹੈਗਾ। ਇਹ ਮਤਲਬ ਹੈ ਇਸਦਾ, ਠੀਕ ਹੈ। ਹੁਣ ਨੈਕਸਟ ਦੇਖੋ, ਲੈਟਸ concentrate on material things, the things that from very strong hold of science। ਹਾਂਜੀ, ਹੁਣ ਅੱਗੇ ਉਹ ਕਹਿੰਦੇ ਆਓ ਕਹਿੰਦੇ ਭੌਤਿਕ ਚੀਜ਼ਾਂ ਦੇ ਵੱਲ ਧਿਆਨ ਮਾਰੀਏ, ਕੌਨਸਨਟਰੇਟ ਕਰੀਏ, ਭੌਤਿਕ ਚੀਜ਼ਾਂ ਵੱਲ ਦੇਖੀਏ ਕਿ ਉਹ ਚੀਜ਼ਾਂ ਜੋ ਵਿਗਿਆਨ ਦਾ ਕੇਂਦਰ ਨੇ, ਜਿਨ੍ਹਾਂ 'ਤੇ ਵਿਗਿਆਨ ਦਾ ਪੂਰਾ ਹੋਲਡ ਆ, ਕਿਉਂਕਿ ਵਿਗਿਆਨ ਭੌਤਿਕ ਚੀਜ਼ਾਂ ਦੇ ਇਰਦ ਗਿਰਦ ਹੀ ਘੁੰਮ ਰਿਹਾ। ਲੁੱਕ ਐਟ ਦਾ ਮਸ਼ੀਨ ਫੋਰ, ਹਾਂਜੀ ਇਹ ਵੀ ਤੁਹਾਡੇ ਲਈ ਨਵਾਂ ਵਰਡ ਆ। ਹੁਣ ਇਹਨੂੰ ਅਸੀਂ ਤੁਸੀਂ ਕਹੋ ਇਨਸਟੈਂਸ, ਇਹਦਾ ਮੀਨਸ ਹੁੰਦਾ ਐਗਜ਼ਾਮਪਲ, ਉਦਾਹਰਣ, ਠੀਕ ਹੈ। ਕਹਿੰਦੇ ਆਓ ਮਸ਼ੀਨ ਦੀ ਉਦਾਹਰਨ ਦੇਖਦੇ ਹਾਂ, ਅਸੀਂ ਮਸ਼ੀਨ ਵੱਲ ਦੇਖਦੇ ਹਾਂ। ਜਾਂ ਦਿਸ ਇਜ਼ ਦਾ ਏਜ ਆਫ ਮਸ਼ੀਨ, ਇਹ ਮਸ਼ੀਨ ਦਾ ਯੁੱਗ ਹੈ। ਇਹ ਤੁਹਾਨੂੰ ਟਰਾਂਸਲੇਸ਼ਨ 'ਚ ਵੀ ਆਉਂਦਾ ਇਹ ਵਾਲਾ ਸੈਂਟੈਂਸ, ਦਿਸ ਇਜ਼ ਦਾ ਏਜ ਆਫ ਮਸ਼ੀਨ। ਮਸ਼ੀਨਸ ਆਰ ਐਵਰੀਵੇਅਰ, ਮਸ਼ੀਨਾਂ ਹਰ ਥਾਂ ਨੇ। ਕਿੱਥੇ ਕਿੱਥੇ ਨੇ ਹੁਣ? ਇਨ ਦਾ ਫੀਲਡ, ਇਨ ਦਾ ਫੈਕਟਰੀ, ਇਨ ਦਾ ਹੋਮ, ਇਨ ਦਾ ਸਟਰੀਟ, ਇਨ ਦਾ ਸਿਟੀ, ਇਨ ਦਾ ਕੰਟਰੀ, ਐਵਰੀਵੇਅਰ। ਕਿੱਥੇ ਨੇ ਮਸ਼ੀਨਾਂ? ਖੇਤਾਂ 'ਚ ਨੇ, ਫੈਕਟਰੀਆਂ 'ਚ ਨੇ, ਘਰਾਂ 'ਚ ਨੇ, ਗਲੀਆਂ 'ਚ ਨੇ, ਸ਼ਹਿਰ 'ਚ ਨੇ, ਦੇਸ਼ 'ਚ ਨੇ, ਹਰ ਥਾਂ ਮਸ਼ੀਨਾਂ ਨੇ, ਠੀਕ ਆ। ਟੂ ਫਲਾਈ ਇਟ ਇਜ਼ ਨਾਟ ਨਸੈਸਰੀ ਟੂ ਹੈਵ ਵਿੰਗਸ, ਉੱਡਣ ਲਈ ਜ਼ਰੂਰੀ ਨਹੀਂ ਕਿ ਤੁਹਾਡੇ ਖੰਭ ਹੋਣ। ਦੇਅਰ ਆਰ ਮਸ਼ੀਨਸ, ਇਸ ਲਈ ਵੀ ਮਸ਼ੀਨਾਂ ਨੇ। ਟੂ ਸਵਿਮ ਅੰਡਰ ਦਾ ਸੀ, ਸਮੁੰਦਰ ਦੀ ਗਹਿਰਾਈ ਵਿੱਚ ਤੈਰਨ ਲਈ। ਇਟ ਇਜ਼ ਨਾਟ ਨਸੈਸਰੀ ਟੂ ਹੈਵ ਗਿਲਸ, ਗਿਲਸ ਹੁੰਦੇ ਗਲਫੜੇ, ਮੱਛੀ ਦਾ ਇੱਕ ਅੰਗ ਆ ਬੇਟਾ ਇਹ, ਠੀਕ ਆ, ਵੀ ਉਹਦੇ ਲਈ ਵੀ ਤੁਹਾਨੂੰ ਗਲਫੜਿਆਂ ਦੀ ਜ਼ਰੂਰਤ ਨਹੀਂ। ਦੇਅਰ ਆਰ ਮਸ਼ੀਨਸ, ਉਹਦੇ ਲਈ ਵੀ ਮਸ਼ੀਨਸ ਨੇ। ਟੂ ਕਿਲ ਆਵਰ ਫੈਲੋ ਮੈਨ ਇਨ ਓਵਰਵਲਮਿੰਗ ਨੰਬਰ, ਓਵਰਵਲਮਿੰਗ ਦਾ ਮੀਨਸ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ, ਐਕਸਟ੍ਰੀਮਲੀ ਗ੍ਰੇਟ ਨੰਬਰ, ਓਕੇ। ਦੇਅਰ ਆਰ ਮਸ਼ੀਨਸ, ਕਹਿੰਦਾ ਆਪਦੇ ਹੀ ਜਿਹੜੇ ਸਾਥੀ ਜੀਵਾਂ ਨੂੰ ਭਾਰੀ ਗਿਣਤੀ ਵਿੱਚ, ਤੁਸੀਂ ਬਹੁਤ ਜ਼ਿਆਦਾ ਗਿਣਤੀ ਵਿੱਚ ਮਾਰਨਾ ਹੋਵੇ, ਉਹਦੇ ਲਈ ਵੀ ਮਸ਼ੀਨਾਂ ਨੇ। ਪੈਟਰੋਲ ਮਸ਼ੀਨਸ ਅਲੋਨ ਪ੍ਰੋਵਾਈਡ 10 times more power than all human being in the world। ਹੁਣ ਪੈਟਰੋਲ 'ਤੇ ਚੱਲਣ ਵਾਲੀਆਂ ਮਸ਼ੀਨਾਂ ਦੀ ਗੱਲ ਹੋ ਰਹੀ ਆ। ਜਿਹੜੀਆਂ ਇਕੱਲੀਆਂ ਪੈਟਰੋਲ 'ਤੇ ਚੱਲਣ ਵਾਲੀਆਂ ਮਸ਼ੀਨਾਂ ਨੇ, ਕਹਿੰਦੇ ਦੁਨੀਆ ਭਰ ਦੇ ਸਾਰੇ ਮਨੁੱਖਾਂ ਦੇ ਬਰਾਬਰ 10 ਗੁਣਾ ਜ਼ਿਆਦਾ ਸ਼ਕਤੀ ਦਿੰਦੀਆਂ ਨੇ। ਇਹਦਾ ਮਤਲਬ ਇਹ ਹੈ ਲਾਈਨ ਦਾ, ਠੀਕ ਹੈ। ਸੋ ਨੈਕਸਟ, in the busiest country each individual has 600 human slaves in his machines। ਜਿਹੜੇ ਸਭ ਤੋਂ ਵਿਅਸਤ ਦੇਸ਼ ਨੇ, ਠੀਕ ਹੈ, ਉਹ ਕੀ ਕਹਿ ਰਹੇ ਨੇ? ਜਿਹੜੇ ਸੰਸਾਰ ਦੇ ਸਾਰਿਆਂ ਨੂੰ ਵਿਅਸਤ ਦੇਸ਼ ਨੇ, ਉਹਨਾਂ ਦੇ ਵਿੱਚ ਹਰ ਇੱਕ ਵਿਅਕਤੀ ਦੇ ਕੋਲੇ ਕੀ ਆ? 600 ਮਸ਼ੀਨਾਂ ਦੇ ਤੌਰ 'ਤੇ, ਸਲੇਵ ਦੇ ਤੌਰ 'ਤੇ ਮਸ਼ੀਨਾਂ ਕੰਮ ਕਰਦੀਆਂ ਨੇ, ਠੀਕ। ਸੋ ਇਹ ਹੋ ਗਿਆ। ਅੱਗੇ, ਵਾਟ ਆਰ ਦਾ ਕੌਨਸੀਕੁਐਂਸ ਆਫ ਦਿਸ ਅਬਨੋਰਮਲ ਪਾਵਰ। ਅਬਨੋਰਮਲ ਹੁੰਦੀ ਆ ਅਸਧਾਰਨ, ਜਿਹੜੀ ਸਧਾਰਨ ਨਹੀਂ ਹੈਗੀ, ਸਧਾਰਨ ਤੋਂ ਜ਼ਿਆਦਾ। ਜਿਹੜੀ ਅਬਨੋਰਮਲ ਪਾਵਰ ਆ, ਕੌਨਸੀਕੁਐਂਸ ਹੁੰਦਾ ਨਤੀਜਾ ਜਾਂ ਸਿੱਟਾ ਆਪਾਂ ਕਹਾਂਗੇ। ਕਹਿੰਦੇ ਜਿਹੜੀ ਇਹ ਅਬਨੋਰਮਲ ਪਾਵਰ ਆ, ਅਸਧਾਰਨ ਪਾਵਰ ਆ, ਦੇ ਕੀ ਨਤੀਜੇ ਨਿਕਲਣਗੇ ਫਿਰ? ਬਿਫੋਰ ਦਾ ਵਾਰ ਇਟ ਲੁਕਡ ਐਜ਼ ਥੋ ਇਟ ਮਾਈਟ ਬੀ ਪੋਸੀਬਲ, ਆਹ ਲਾਈਨ ਪੜ੍ਹ ਰਹੇ ਆਪਾਂ, ਪੋਸੀਬਲ ਫੋਰ ਦਾ ਫਸਟ ਟਾਈਮ ਇਨ ਹਿਸਟਰੀ। ਹਾਂਜੀ, ਹੁਣ ਇਹਦਾ ਕਿ ਯੁੱਧ ਤੋਂ ਪਹਿਲਾਂ ਅਜਿਹਾ ਲੱਗਦਾ ਸੀ ਵੀ ਇਤਿਹਾਸ ਵਿੱਚ ਪਹਿਲੀ ਵਾਰ ਅਸੀਂ ਵਿਸ਼ਵ ਦੀ ਜਿਹੜੀ ਉਮੜਦੀ ਜਨਸੰਖਿਆ, ਟੂ ਪ੍ਰੋਵਾਈਡ ਫੂਡ, ਕਲੋਥਿੰਗ ਐਂਡ ਸ਼ੈਲਟਰ ਫੋਰ ਟੀਮਿੰਗ ਪਾਪੂਲੇਸ਼ਨ ਆਫ ਦਾ ਵਰਲਡ। ਟੀਮਿੰਗ ਦਾ ਵਰਡ ਦਾ ਮਤਲਬ ਹੁੰਦਾ ਭਰਮਾਰ, ਹੈ ਨਾ, ਭਾਰੀ ਮਾਤਰਾ ਦੇ ਵਿੱਚ। ਲੋਟ ਆਫ ਪੀਪਲ ਜਾਂ ਲੋਟ ਆਫ ਥਿੰਗਸ, ਕਹਿੰਦੇ ਜਿਹੜੀ ਯੁੱਧ ਤੋਂ ਪਹਿਲਾਂ ਇਹ ਗੱਲ ਲੱਗ ਰਹੀ ਸੀ ਵੀ ਇਤਿਹਾਸ ਦੇ ਵਿੱਚ ਇਹ ਹੋਣਾ ਹੀ ਨਹੀਂ, ਜਿਹੜੀ ਇੰਨੀ ਜ਼ਿਆਦਾ ਜਨਸੰਖਿਆ ਹੋ ਗਈ ਸੰਸਾਰ ਦੀ, ਉਹਨੂੰ ਭੋਜਨ, ਫੂਡ ਦੇਣਾ, ਉਹਨੂੰ ਕੱਪੜੇ ਦੇਣੇ ਜਾਂ ਉਹਨੂੰ ਰਹਿਣ ਦੀ ਵਿਵਸਥਾ ਕਰ ਪਾਉਣੀ ਸੰਭਵ ਨਹੀਂ। ਐਵਰੀ ਮੈਨ, ਵੂਮਨ ਐਂਡ ਚਾਈਲਡ, ਜਿੰਨੇ ਵੀ ਚਾਹੇ ਕੋਈ ਆਦਮੀ ਆ, ਔਰਤ ਆ, ਬੱਚੇ ਆ, ਸਾਰਿਆਂ ਲਈ ਇਹ ਪੋਸੀਬਲ ਨਹੀਂ। ਦਿਸ ਵੁੱਡ ਹੈਵ ਬੀਨ ਵਨ ਆਫ ਦਾ ਗ੍ਰੇਟੈਸਟ ਟਰਾਇੰਫ ਆਫ ਸਾਇੰਸ। ਹੁਣ ਅੱਗੇ ਕਹਿੰਦੇ ਵਿਗਿਆਨ ਦੀ ਇਹ ਸਭ ਤੋਂ ਵੱਡੀ ਜਿੱਤ ਸੀ,
ਕਿ ਉਹਨੇ ਸਾਰਿਆਂ ਨੂੰ ਫੂਡ ਵਗੈਰਾ ਪ੍ਰੋਵਾਈਡ ਕਰਾਇਆ ਹੈ ਨਾ। And yet many a time, especially during the war, we have seen the world crammed full of food and people hungry। ਹੁਣ ਇੱਥੇ ਵਰਡ ਆਇਆ crammed, ਇਹ ਵਾਲਾ crammed ਦਾ ਮਤਲਬ ਹੁੰਦਾ ਬੇਟਾ ਵੈਰੀ ਜਾਂ ਟੂ ਫੁੱਲ, ਠੁੱਸਾ ਠੁੱਸ ਪੰਜਾਬੀ 'ਚ ਕਹਿੰਦੇ ਆ ਭਰਿਆ ਹੋਇਆ। ਇਹਦਾ ਕੀ ਮਤਲਬ? ਅਤੇ ਫਿਰ ਅਸੀਂ ਕਈ ਵਾਰ ਵਿਸ਼ੇਸ਼ ਕਰਕੇ ਯੁੱਧ ਦੇ ਸਮਿਆਂ ਦੇ ਦੌਰਾਨ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਵਿਸ਼ਵ ਦੇ ਵਿੱਚ ਜਿਹੜਾ ਭੋਜਨ ਠੱਸਾ ਠੱਸ ਭਰੇ ਹੋਏ ਭੰਡਾਰ ਪਏ ਨੇ, ਅਤੇ ਇੱਕ ਪਾਸੇ ਲੋਕ ਭੁੱਖੇ ਮਰਦੇ ਵੀ ਅਸੀਂ ਭੁੱਖੇ ਰਹਿੰਦੇ ਵੀ ਵੇਖਦੇ ਹਾਂ, ਹੈ ਨਾ। ਅੱਗੇ ਫੋਰ ਦੈਟਸ ਦ ਵੇ ਆਫ ਸਾਇੰਸ ਐਂਡ ਦ ਮਸ਼ੀਨ ਇਜ਼। ਹੁਣ ਅੱਗੇ ਕੀ ਇਹਦਾ ਕੀ? ਇਹੀ ਤਰੀਕਾ ਕਹਿੰਦੇ ਵਿਗਿਆਨ ਅਤੇ ਮਸ਼ੀਨੀ ਯੁੱਗ ਦਾ। ਸਾਇੰਸ ਪ੍ਰੋਡਿਊਸ ਦ ਗੁਡਸ, ਇਟ ਮੇਕ ਦ ਗੁਡਸ ਬਟ ਹੈਜ਼ ਨੋ ਕੰਟਰੋਲ ਓਵਰ ਦਾ ਕੌਨਸੀਕੁਐਂਸਿਸ। ਵਿਗਿਆਨ ਆ ਜਿਹੜਾ ਚੀਜ਼ਾਂ ਬਣਾਉਂਦਾ, ਚੀਜ਼ਾਂ ਦਾ ਉਤਪਾਦਨ ਕਰਦਾ ਗਾ, ਪਰ ਉਹਦੇ ਨਤੀਜਿਆਂ 'ਤੇ, ਉਹ ਚੀਜ਼ਾਂ ਦਾ ਕੀ ਨਤੀਜਾ ਨਿਕਲੂ ਅੱਗੇ ਉਹਦੇ 'ਤੇ ਉਹਦਾ ਕੋਈ ਕਾਬੂ ਨਹੀਂ ਹੈਗਾ। ਓਕੇ, ਦ ਮਸ਼ੀਨ is gives us year by year more hours of leisure। ਹਾਂਜੀ, ਇਹਦਾ ਮਤਲਬ ਹੁੰਦਾ ਵਿਹਲਾ ਟਾਈਮ, ਆਨੰਦਮਈ ਟਾਈਮ। ਕਹਿੰਦੇ ਜਿਹੜਾ ਮਸ਼ੀਨੀ ਯੁੱਗ ਆ ਸਾਨੂੰ ਸਾਲ ਦਰ ਸਾਲ ਆਰਾਮ ਦੇ ਜ਼ਿਆਦਾ ਘੰਟੇ ਦੇ ਰਿਹਾ, ਪ੍ਰਦਾਨ ਕਰ ਰਿਹਾ। ਬਟ ਇਟ ਫੇਲਸ ਟੂ ਟੀਚ ਅਸ ਹਾਊ ਟੂ ਯੂਜ਼ ਦੈਮ। ਪਰ ਸਾਨੂੰ ਉਹ ਇਹ ਸਿਖਾਉਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਕਿ ਅਸੀਂ ਇਸ ਟਾਈਮ ਦਾ, ਇਸ ਵਿਹਲੇ ਸਮੇਂ ਦਾ ਪ੍ਰਯੋਗ ਕਿੱਦਾਂ ਕਰਨਾ। It gives us mechanical habits of mind and repress the spirit of adventure। repress ਹੁੰਦਾ ਦਬਾਉਣਾ ਕਿਸੇ ਚੀਜ਼ ਨੂੰ, ਹੈਬਿਟ ਹੁੰਦੀ ਆ ਆਦਤ। ਇਹਨੇ ਕਹਿੰਦੇ ਸਾਡੀ ਜਿਹੜਾ ਵਿਗਿਆਨ ਆ ਸਾਡੇ ਦਿਮਾਗ ਨੂੰ ਵੀ ਇੱਕ ਮਸ਼ੀਨੀ ਆਦਤਾਂ 'ਤੇ ਲਾਤਾ, ਮਸ਼ੀਨ ਦੀ ਤਰ੍ਹਾਂ ਅਸੀਂ ਕੰਮ ਕਰਦੇ ਹਾਂ, ਅਤੇ ਜਿਹੜੇ ਸਾਡੇ ਸਾਹਸੀ ਭਾਵਨਾਵਾਂ ਸੀ, ਐਡਵੈਂਚਰ ਦੀਆਂ ਫੀਲਿੰਗਸ ਸੀਗੀਆਂ, ਉਹਨਾਂ ਨੂੰ ਦਬਾ ਕੇ ਰੱਖ ਦਿੱਤਾ। ਹਾਂਜੀ, ਅੱਗੇ ਵਰਡ ਆ ਗਿਆ ਐਕਸਪੈਕਟ, ਇਹ ਵਾਲਾ ਵਰਡ accept along machines made lines। ਹਾਂਜੀ, ਇਸ ਤੋਂ ਇਲਾਵਾ ਕਹਿੰਦੇ ਮਸ਼ੀਨੀ ਢੰਗ ਨਾਲ ਕੰਮ ਕਰਨ ਤੋਂ ਇਲਾਵਾ ਬਾਕੀ ਸਾਰੀਆਂ ਭਾਵਨਾਵਾਂ ਨੂੰ ਖਤਮ ਕਰਤਾ, ਸਿਰਫ ਅਸੀਂ ਮਸ਼ੀਨੀ ਤਰੀਕੇ ਨਾਲ ਕੰਮ ਕਰ ਰਹੇ ਹਾਂ। we will need all our creative powers to think over our way out of the social problems which science has created for us। ਹੁਣ ਇੱਥੇ ਦੀ ਕੀ ਗੱਲ? ਕ੍ਰੀਏਟਿਵ ਦਾ ਮਤਲਬ ਹੁੰਦਾ ਸਿਰਜਣਾਤਮਕ, ਪਾਵਰ ਮੀਨਸ ਸ਼ਕਤੀਆਂ। ਸਾਨੂੰ ਜ਼ਰੂਰਤ ਹੈ ਆਪਣੀਆਂ ਸਿਰਜਣਾਤਮਕ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ ਸੋਚਣਾ ਪਵੇਗਾ ਕਿ ਸਮਾਜ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਤੋਂ ਅਸੀਂ ਕਿਸ ਤਰੀਕੇ ਨਾਲ ਬਾਹਰ ਨਿਕਲ ਸਕਦੇ ਹਾਂ, ਜਿਹੜੀਆਂ ਸਾਡੇ ਲਈ ਕਿਹਨੇ ਪੈਦਾ ਕੀਤੀਆਂ ਨੇ? ਵਿਗਿਆਨ ਨੇ ਪੈਦਾ ਕੀਤੀਆਂ ਨੇ, ਸਾਇੰਸ ਨੇ ਕ੍ਰੀਏਟ ਕੀਤੀਆਂ ਨੇ। ਇਟ ਇਜ਼ ਸਾਇੰਸ ਦੈਟ ਹੈਜ਼ ਗਿਵਨ ਅਸ ਅਨਐਕਸਪੈਕਟਡ ਰੀਡਿਸਟਰੀਬਿਊਸ਼ਨ ਆਫ ਦ ਏਜ ਗਰੁੱਪਸ। ਏਜ ਗਰੁੱਪ ਉਮਰਾਂ ਦੇ ਵਰਗ ਵੰਡੇ ਹੁੰਦੇ ਨੇ, ਹੈ ਨਾ। ਕਹਿੰਦੇ ਉਹਨਾਂ ਨੇ ਕੀ ਕਹਾਂਗੇ ਆਪਾਂ, ਅਨਐਕਸਪੈਕਟਡ, ਜਿਹਦੀ ਅਸੀਂ ਉਮੀਦ ਨਹੀਂ ਕੀਤੀ, ਰੀਡਿਸਟਰੀਬਿਊਸ਼ਨ ਦੁਬਾਰਾ ਤੋਂ ਵਰਗੀਕਰਨ ਕਰਤਾ। ਵਿਗਿਆਨ ਆ ਜਿਸ ਨੇ ਸਾਡੀ ਜਿਹੜੇ ਉਮਰਾਂ ਦਾ ਵਰਗੀਕਰਨ ਦੁਬਾਰਾ ਤੋਂ ਕਰਤਾ, ਜਿਹਦਾ ਅਸੀਂ ਕਦੇ ਸੋਚਿਆ ਨਹੀਂ ਸੀ। ਆਲਮੋਸਟ ਐਵਰੀ ਈਅਰ ਸਮ ਮਾਡਰਨ ਡਰੱਗਸ ਐਡ ਆ ਲਿਟਲ ਮੋਰ ਟੂ ਦਾ ਐਵਰੇਜ ਸਪੈਨ ਆਫ ਲਾਈਫ। ਆਲਮੋਸਟ ਲਗਭਗ, ਆਲਮੋਸਟ ਹਰ ਸਾਲ ਕੋਈ ਨਾ ਕੋਈ ਨਵੀਂ ਦਵਾਈ ਬਣਦੀ ਹੈ, ਡਰੱਗ ਬਣਦੀ ਹੈ, ਜਿਹੜਾ ਥੋੜ੍ਹਾ ਜਿਹਾ ਹੋਰ ਸਾਡਾ ਲਾਈਫ ਸਪੈਨ ਆ ਜਿਹੜਾ ਵਧਾ ਦਿੰਦੀ ਹੈ, ਜ਼ਿੰਦਗੀ ਨੂੰ ਜਿਉਣ ਦੀ ਜਿਹੜੀ ਅਵਧੀ ਆ ਉਹਦੇ ਵਿੱਚ ਵਾਧਾ ਕਰ ਦਿੰਦੀ ਹੈ। ਅੰਟਿਲ ਦ ਅਪਰ ਏਜ ਇਜ਼ ਓਵਰ ਕਰਾਊਡਡ। ਹਾਂ, ਕਹਿੰਦਾ ਹੁਣ ਅੱਗੇ ਕੀ ਗੱਲ ਹੋ ਰਹੀ ਆ, ਅਸੀਂ ਇਹਦਾ ਵੀ ਵਾਰ-ਵਾਰ ਜ਼ਿਕਰ ਆਊਗਾ। ਅਪਰ ਏਜ ਆ ਜਿਹੜੀ ਓਵਰ ਕਰਾਊਡਡ ਹੋ ਗਈ, ਜਾਣੀ ਵੱਡੀ ਉਮਰ ਦੇ ਲੋਕ ਜ਼ਿਆਦਾ ਹੋ ਗਏ, ਵੱਧ ਗਏ, ਉਹਨਾਂ ਦੀ ਸੰਖਿਆ ਜ਼ਿਆਦਾ। ਇਨ ਦ ਯੂਨਾਈਟਿਡ ਸਟੇਟਸ for instance there are already 9 million people over the age of 60। ਹਾਂਜੀ, ਹੁਣ ਇੱਥੇ ਉਦਾਹਰਨ ਦੇ ਰੂਪ ਵਿੱਚ ਉਹ ਕਹਿੰਦੇ, ਮੈਂ ਤੁਹਾਨੂੰ ਪਹਿਲਾਂ ਵੀ ਇਹ ਵਰਡ ਦੱਸ ਕੇ ਹਟੀ ਹਾਂ ਕਿ ਇਹ ਵਰਡ ਦਾ ਮਤਲਬ ਇੰਸਟੈਂਸ ਦਾ ਮੀਨਸ ਉਦਾਹਰਨ ਜਾਂ ਐਗਜ਼ਾਮਪਲ ਆ। ਐਗਜ਼ਾਮਪਲ ਦੇ ਤੌਰ 'ਤੇ ਕਹਿੰਦੇ ਯੂਨਾਈਟਿਡ ਸਟੇਟ ਦੇ ਵਿੱਚ ਜਿਹੜੇ 90 ਲੱਖ ਤੋਂ ਉੱਪਰ ਲੋਕ ਨੇ, ਜਿਹੜੇ 60 ਸਾਲ ਤੋਂ ਉੱਪਰ ਨੇ, ਠੀਕ ਹੈ, 90 ਲੱਖ, 9 ਮਿਲੀਅਨ ਲਿਖਿਆ ਹੋਇਆ ਨਾ ਇੱਥੇ, ਇਹ ਤਾਂ ਪੰਜਾਬੀ 'ਚ ਜਦੋਂ ਆਪਾਂ ਇਹਨੂੰ ਟ੍ਰਾਂਸਲੇਟ ਕਰਾਂ 90 ਲੱਖ ਲੋਕ ਨੇ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਆ। ਕਹਿਣ ਦਾ ਮਤਲਬ ਦਿਸ ਟਾਕ ਇਜ਼ ਡਿਲੀਵਰਡ ਅਰਾਊਂਡ ਦਾ 1950s। ਇਹ ਜਿਹੜਾ ਭਾਸ਼ਣ ਆ ਕਦੋਂ ਦਿੱਤਾ ਗਿਆ? ਲਗਭਗ 1950 ਦੇ ਇਰਦ ਗਿਰਦ। ਅੱਗੇ ਕੀ ਹੈਗਾ? ਇਨ 15 years time this number will reach the astonishing figure of 45 million।
ਅਸਟੋਨਿਸ਼ਿੰਗ ਹੈਰਾਨੀਜਨਕ ਅਦਭੁਤ ਤਰੀਕੇ ਨਾਲ ਤੁਹਾਨੂੰ ਹੈਰਾਨ 15 ਸਾਲਾਂ ਵਿੱਚ ਇਹ ਸੰਖਿਆ ਹੈਰਾਨੀਜਨਕ ਰੂਪ ਨਾਲ 4.5 ਕਰੋੜ ਦੀ ਸੰਖਿਆ ਤੱਕ ਪਹੁੰਚ ਜਾਵੇਗੀ। ਹੂ ਇਜ਼ ਟੂ ਕੀਪ ਦੈਮ, ਹਾਂ ਹੁਣ ਉਹਨਾਂ ਦਾ ਪਾਲਣ ਪੋਸ਼ਣ ਕੌਣ ਕਰੇਗਾ, ਕੌਣ ਸਾਂਭੂ ਉਹਨਾਂ ਨੂੰ। ਇਟ ਵਿਲ ਨੀਡ ਸਮ ਰੀਐਡਜਸਟਮੈਂਟ, ਇਸ ਲਈ ਸਾਨੂੰ ਹੁਣ ਨਵੇਂ ਪ੍ਰਬੰਧ ਕਰਨੇ ਪੈਣਗੇ, ਰੀਐਡਜਸਟਮੈਂਟ ਕਰਨੀ ਪਊ ਕੋਈ। ਓਕੇ ਐਂਡ ਸੋ ਸਾਇੰਸ ਗੋਜ਼ ਔਨ ਰੇਜ਼ਿੰਗ ਇਟਸ ਪ੍ਰੋਬਲਮਸ, ਇਸ ਤਰ੍ਹਾਂ ਵਿਗਿਆਨ ਆ ਜਿਹੜਾ ਆਪਣੀਆਂ ਸਮੱਸਿਆਵਾਂ ਪੈਦਾ ਕਰਦਾ ਜਾ ਰਿਹਾ ਗਾ। ਕੰਪੇਅਰ ਵਿਦ ਅਦਰ ਫੰਡਾਮੈਂਟਲ ਕੁਐਸਚਨ what is life, these problems may seem to be less importance, ਹਾਂ ਕਹਿੰਦੇ ਸਾਡੇ ਜਿਹੜੇ ਮੌਲਿਕ ਪ੍ਰਸ਼ਨ ਦੇ ਮੁਕਾਬਲੇ, ਮੌਲਿਕ ਪ੍ਰਸ਼ਨ ਕੀ ਸੀ ਸਾਡਾ ਕਿ ਜ਼ਿੰਦਗੀ ਕੀ ਆ, ਉਹਦੇ ਮੁਕਾਬਲੇ ਕਹਿੰਦੇ ਹੁਣ ਸਾਡੇ ਕੋਲ ਕੀ ਪ੍ਰਸ਼ਨ ਉੱਠ ਰਿਹਾ ਹੈ, ਸਮੱਸਿਆਵਾਂ ਸ਼ਾਇਦ ਜਿਹੜੀਆਂ ਸਾਇੰਸ ਨੇ ਕ੍ਰੀਏਟ ਕੀਤੀਆਂ ਨੇ ਉਹਦੇ ਸਾਹਮਣੇ ਸਾਨੂੰ ਉਹ ਘੱਟ ਮਹੱਤਵਪੂਰਨ ਲੱਗਣ ਲੱਗ ਗਈਆਂ। ਵਟ ਦੇ ਆਰ ਨੋਟ ਰੀਅਲੀ ਸੋ, ਪਰੰਤੂ ਅਸਲ ਵਿੱਚ ਅਜਿਹਾ ਨਹੀਂ ਹੈ। What is happening is that science is creating problem faster than they can be solved। ਹੁਣ ਅੱਗੇ ਕੀ ਹੈ, ਗੱਲ ਕੀ ਚੱਲ ਰਹੀ ਹੈ ਵੀ ਕੀ ਵਾਪਰ ਕੀ ਰਿਹਾ, ਵਿਗਿਆਨ ਆ ਜਿਹੜਾ ਸਮੱਸਿਆਵਾਂ ਇੰਨੀ ਤੇਜ਼ੀ ਨਾਲ ਪੈਦਾ ਕਰ ਰਿਹਾ, ਉਨੀ ਤੇਜ਼ੀ ਨਾਲ ਹੱਲ ਨਹੀਂ ਹੋ ਰਹੀਆਂ ਉਹ ਵਾਲੀਆਂ ਸਮੱਸਿਆਵਾਂ। ਮੈਨ ਇਜ਼ ਸਟਰਗਲਿੰਗ ਇਨ ਆ ਸ਼ਾਰਟ ਆਫ BCS, ਹਾਂਜੀ ਹੁਣ BCS ਮੀਨਸ ਹੁੰਦਾ ਨਿਰਮਮ, ਕੁਟਰ, ਜਿਵੇਂ ਆਪਾਂ ਕਹਿੰਦੇ ਕਰੂਅਲ ਹੈ ਨਾ। circle, always striving to catch up and never getting nearer। ਹਾਂ ਕੀ ਗੱਲ ਹੋ ਰਹੀ ਹੈ ਇੱਥੇ, ਕਹਿੰਦਾ ਇਸ ਦੇ ਚੱਕਰ ਦੇ ਵਿੱਚ ਜਿਹੜਾ ਮਨੁੱਖ ਆ, ਦੁਸ਼ ਚੱਕਰ ਕਹਿ ਲਓ, ਚਾਹੇ ਇਹਨੂੰ ਬੁਰਾ ਚੱਕਰ ਕਹਿ ਲਓ, ਬੁਰਾਈ ਦਾ ਚੱਕਰ ਕਹਿ ਲਓ, ਉਹਦੇ ਵਿੱਚ ਫਸਿਆ ਹੋਇਆ ਗਾ ਅਤੇ ਸੰਘਰਸ਼ ਕਰ ਰਿਹਾ ਗਾ, ਹਮੇਸ਼ਾ ਆਪਣੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਲੱਗਿਆ ਰਹਿੰਦਾ। ਐਂਡ ਦੇਅਰ ਆਰ ਨੋ ਸਾਈਨ ਦੈਟ ਦਾ, ਹਾਂ ਹੁਣ ਇਹ ਵਰਡ ਆ ਗਿਆ ਬੇਟਾ, ਇਹਨੂੰ ਤੁਸੀਂ ਬੋਲੋਗੇ ਗਲਾਟ। ਗਲਾਟ ਮੀਨਸ ਭਰਮਾਰ, ਇਹਦਾ ਮਤਲਬ ਵੀ ਭਰਮਾਰ ਹੁੰਦਾ, ਅ ਲੋਟ ਆਫ, ਜਿਵੇਂ ਕਹਿੰਦੇ ਬਹੁਤ ਮਾਤਰਾ ਦੇ ਵਿੱਚ। ਡਿਸਕਵਰੀਜ਼ ਇਜ਼ ਕਮਿੰਗ ਟੂ ਐਨ ਐਂਡ, ਹਾਂਜੀ ਇਹਦਾ ਕੀ ਮਤਲਬ ਬਣਿਆ, ਕਹਿੰਦਾ ਜਿਹੜੀ ਕਾਢਾਂ ਨੇ ਇਸ ਗੱਲ ਵਿੱਚ ਤਾਂ ਕੋਈ ਉਹ ਹੀ ਨਹੀਂ, ਸੰਕੇਤ ਹੀ ਨਹੀਂ ਕਿ ਕਾਢਾਂ ਦੀ ਭਰਮਾਰ ਖਤਮ ਹੋਣ ਵਾਲੀ ਆ, ਇਹ ਤਾਂ ਨਿਕਲਦੀਆਂ ਰਹਿਣੀਆਂ ਨੇ। ਅੱਜ ਆਹ ਕਾਢ ਆ ਗਈ, ਕੱਲ੍ਹ ਨੂੰ ਕੋਈ ਨਵੀਂ ਕਾਢ ਆ ਜਾਣੀ ਹੈ ਨਾ। ਅੱਗੇ ਦ ਵਾਰ ਇਜ਼ ਦ ਵਰਸਟ ਐਗਜ਼ਾਮਪਲ, ਯੁੱਧ ਸਭ ਤੋਂ ਬੁਰੀ ਉਦਾਹਰਣ ਹੈ ਇਹਦੇ ਵਿੱਚੋਂ। ਸਾਇੰਸ ਹੈਜ਼ ਪੁਸ਼ਡ ਇਟ ਸੋ ਫਾਰ ਫਾਰਵਰਡ ਦੈਟ ਐਥਿਕ ਐਂਡ ਮੋਰਲ ਆਰ ਫਲਾਊਂਡਰਿੰਗ ਹੋਪਲੈਸਲੀ ਬਿਹਾਈਂਡ। ਹਾਂ ਕਹਿੰਦਾ ਵਿਗਿਆਨ ਨੇ ਕੀ ਕੀਤਾ, ਸਾਨੂੰ ਇਸ ਤਰੀਕੇ ਨਾਲ ਧੱਕ ਦਿੱਤਾ ਕਿ ਜਿਹੜਾ ਨੈਤਿਕਤਾ ਸਾਡਾ ਨੀਤੀ ਸ਼ਾਸਤਰ ਆ ਉਹ ਸਭ ਇਹਦੇ ਮੂਹਰੇ ਬੇਬਸ, ਹੈਲਪਲੈਸ ਮੀਨਸ ਬੇਬਸ। ਆਹ ਤੁਹਾਨੂੰ ਫਲਾਉਂਡਰਿੰਗ ਅੱਗੇ ਦੱਸਿਆ ਹੀ ਆ ਪਹਿਲਾਂ, ਛਟਪਟਾਹਟ, ਵੀ ਉਹਦੇ ਮੂਹਰੇ ਜਿਹੜੀਆਂ ਨੈਤਿਕ ਅਤੇ ਸਾਡੀਆਂ ਮੋਰਲ ਕਦਰਾਂ ਕੀਮਤਾਂ ਨੇ, ਜਿਹੜੀਆਂ ਐਥਿਕ ਹੈ ਨਾ, ਉਹ ਸਭ ਪਿੱਛੇ ਰਹਿ ਗਈਆਂ, ਬੇਬਸ ਹੋ ਗਈਆਂ ਇਹਦੇ ਅੱਗੇ ਵਿਗਿਆਨ ਦੇ। ਇਟ ਮੇਕਸ ਵਨ ਸਮ ਟਾਈਮ ਆਸ ਵਟ ਇਜ਼ ਸਾਇੰਸ ਰੀਅਲੀ ਆਫਟਰ, ਵਟ ਆਰ ਇਟਸ ਏਮ, ਵਟ ਇਜ਼ ਇਟਸ ਗੋਲ। ਕਹਿੰਦੇ ਇਹੀ ਕਾਰਨ ਕਦੇ ਕਦੇ ਵਿਅਕਤੀ ਆਪਣੇ ਆਪ ਨੂੰ ਪੁੱਛਣ ਲੱਗਦਾ ਵਿਗਿਆਨ ਅਸਲ ਵਿੱਚ ਕਰਨਾ ਕੀ ਚਾਹੁੰਦਾ ਹੈ ਨਾ, ਰੀਅਲੀ ਆਫਟਰ ਕਾਹਦੇ ਪਿੱਛੇ ਆ ਇਹ, ਇਹਦਾ ਉਦੇਸ਼ ਕੀ ਆ, ਇਹਦਾ ਅੰਤਮ ਟੀਚਾ ਕੀ ਆ ਹੈ ਨਾ, ਵਿਗਿਆਨ ਦਾ ਕੀ ਹਾਸਲ ਕਰਨਾ ਐਂਡ ਨੂੰ। ਇਟਸ ਏਮ ਸੀਮਸ ਟੂ ਬੀ ਓਬਵੀਅਸ, ਇਹਦੇ ਜਿਹੜੇ ਨਤੀਜੇ ਨੇ ਉਹ ਸਪਸ਼ਟ ਨਜ਼ਰ ਆ ਰਹੇ ਨੇ। ਦੇ ਆਰ ਮਟੀਰੀਅਲ ਅਫਕੋਰਸ, ਉਹ ਸਿਰਫ ਪਦਾਰਥ 'ਤੇ ਹੀ ਟਿਕੇ ਹੋਏ ਨੇ, ਪਦਾਰਥ ਹੀ ਆ ਸਾਰਾ ਕੁਛ, ਮਟੀਰੀਅਲ ਥਿੰਗਸ ਹੀ ਨੇ। ਵਨਸ ਏਮ ਇਜ਼ ਦਾ ਕੰਪਲੀਟ ਅੰਡਰਸਟੈਂਡਿੰਗ ਇਨ ਡੀਡ the conquest of man's environment, the conquest of everything material, big or small, bringing all power within man's reach। ਹਾਂਜੀ ਹੁਣ ਇਹ ਵਰਡ ਤੁਹਾਨੂੰ ਮੈਂ ਪਹਿਲਾਂ ਵੀ ਬੋਲਿਆ ਸੀਗਾ, ਇਹ ਵਾਲਾ ਵਾਰ-ਵਾਰ ਆ ਰਿਹਾ। ਇਹਦਾ ਮੀਨਸ ਕੀ ਆ, ਜਿੱਤ। ਠੀਕ, ਹੁਣ ਫਿਰ ਇਹਦਾ ਕੀ ਮਤਲਬ ਬਣਿਆ ਇਸ ਲਾਈਨ ਦਾ, ਕਹਿੰਦਾ ਟੀਚਾ ਕੀ ਆ, ਪੂਰੀ ਸਮਝ, ਅਸਲ ਵਿੱਚ ਜਿੱਤ, ਇਨਸਾਨ ਦੀ ਉਹਦੇ ਵਾਤਾਵਰਨ 'ਤੇ ਜਿੱਤ, ਹਰੇਕ ਭੌਤਿਕ ਚੀਜ਼ 'ਤੇ ਜਿੱਤ, ਛੋਟੀ ਹੋਵੇ ਚਾਹੇ ਵੱਡੀ ਹੋਵੇ, ਚਾਹੇ ਮਨੁੱਖ ਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਵੀ ਉਹ ਸਭ ਮਨੁੱਖ ਦੀ ਰੇਂਜ ਵਿੱਚ ਉਹਦੇ ਹੱਥ 'ਚ ਲਿਆ ਕੇ ਦੇਣਾ, ਇਹੀ ਸਾਇੰਸ ਦਾ ਟੀਚਾ ਹੈਗਾ। The other aim is the understanding of all the mysteries that lies within human body। ਅਤੇ ਦੂਸਰਾ ਟੀਚਾ ਕੀ ਹੈ ਇਹਦਾ, ਕਹਿੰਦਾ ਉਹਨਾਂ ਸਾਰੀਆਂ ਮਿਸਟਰੀਜ਼ ਹੁੰਦੀਆਂ ਨੇ, ਰਹੱਸਾਂ ਨੂੰ ਜਾਣਨਾ ਜਿਹੜੀਆਂ ਮਨੁੱਖ ਦੀ ਸਰੀਰ ਦੇ ਅੰਦਰ ਲੁਕੀਆਂ ਹੋਈਆਂ ਨੇ, ਕਿ ਉਹਦੇ ਅੰਦਰ ਕੀ ਚੱਲ ਰਿਹਾ। ਦਾ ਮਟੀਰੀਅਲ ਮਿਸਟਰੀਜ਼
the innumerable chemical and physical actions that make the body work। ਉਹ ਕੀ ਆ, ਭੌਤਿਕ ਰਹੱਸ ਵੀ ਜਾਣਨਾ ਚਾਹੁੰਦਾ, ਅਣਗਿਣਤ ਰਸਾਇਣਕ ਜਿਹੜੇ ਉਹਦੇ ਅੰਦਰ ਕਿਰਿਆਵਾਂ ਹੋ ਰਹੀਆਂ ਨੇ ਸਰੀਰ ਦੇ, ਸਰੀਰ ਚਲਾਉਣ ਵਿੱਚ ਮਦਦ ਕਰਦੀਆਂ ਨੇ, ਸਰੀਰ ਕਿਵੇਂ ਕੰਮ ਕਰਦਾ, ਇਹ ਚੀਜ਼ਾਂ ਨੂੰ ਜਾਣਨਾ ਵੀ ਸਾਇੰਸ ਦਾ ਟੀਚਾ, ਉਹ ਇਸ ਫੀਲਡ 'ਚ ਵੀ ਲੱਗਿਆ ਹੋਇਆ। If these are the apparent aim of science, surely they cannot represent the ultimate aim। ਹੁਣ ਅੱਗੇ ਇੱਥੇ ਕੀ ਗੱਲ ਹੋ ਰਹੀ ਆ, ਕਹਿੰਦਾ ਜੇ ਵਿਗਿਆਨ ਦੇ ਇਹੀ ਸਪਸ਼ਟ ਉਦੇਸ਼ ਨੇ, ਨਿਸੰਦੇਹ ਆਹੀ ਉਹਦੇ ਆਖਰੀ ਉਦੇਸ਼ ਨੇ, ਤਾਂ ਫਿਰ ਉਹਦਾ ਅੰਤਮ ਗੋਲ ਕੀ ਹੈ। The ultimate goal, if there is such a thing, must be the understanding of everything that makes life worthwhile, the enrichment, worthwhile ਹੁੰਦਾ ਜ਼ਿੰਦਗੀ ਨੂੰ ਜਿਉਣ ਜੋ, enrichment ਹੋ ਗਿਆ ਅਮੀਰੀ, of all that life means। ਹੁਣ ਅੱਗੇ ਕੀ ਗੱਲ ਹੈ, ਉਹ ਕਹਿੰਦੇ ਤਾਂ ਜ਼ਰੂਰ ਇਹ ਗੱਲਾਂ ਸਮਝ ਹੋਣੀ ਚਾਹੀਦੀ ਕਿ ਜੀਵਨ ਨੂੰ ਸਾਰਥਕ ਬਣਾਉਂਦੀਆਂ ਹਨ ਉਹਨਾਂ ਚੀਜ਼ਾਂ ਦੀ ਸਮਰਿੱਧੀ ਜਿਨ੍ਹਾਂ ਦਾ ਜੀਵਨ ਵਿੱਚ ਜਿਉਣ ਦੇ ਵਿੱਚ ਕੋਈ ਅਰਥ ਹੈ। ਠੀਕ, ਉਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਜ਼ਰੂਰੀ ਹੈ ਜਿਹੜੀਆਂ ਜ਼ਿੰਦਗੀ ਨੂੰ ਅਮੀਰ ਬਣਾਉਂਦੀਆਂ ਨੇ, ਜ਼ਿੰਦਗੀ ਨੂੰ ਜ਼ਿੰਦਗੀ ਬਣਾਉਂਦੀਆਂ ਨੇ, ਜ਼ਿੰਦਗੀ ਨੂੰ ਜ਼ਿੰਦਗੀ ਜਿਉਣ ਬਣਾਉਂਦੀਆਂ, ਜਿਉਣਯੋਗ ਬਣਾਉਂਦੀਆਂ ਨੇ। ਦੈਟ ਗੋਜ਼ ਬਿਹਾਈਂਡ ਮਟੀਰੀਅਲ ਥਿੰਗਸ, for man needs more than food and shelter and clothing and the understanding of what goes on within his stomach। ਹਾਂਜੀ, ਇਹਨਾਂ ਚੀਜ਼ਾਂ ਭੌਤਿਕ ਚੀਜ਼ਾਂ ਦੀ ਗੱਲ ਹੋ ਰਹੀ ਹੈ ਵੀ ਉਹਨਾਂ ਭੌਤਿਕ ਚੀਜ਼ਾਂ ਤੋਂ ਦੂਰ ਦੀ ਗੱਲ ਹੈ, ਕਿਉਂਕਿ ਮਨੁੱਖ ਨੂੰ ਰੋਟੀ, ਕੱਪੜਾ, ਮਕਾਨ ਤੋਂ ਕੁਝ ਜ਼ਿਆਦਾ ਦੀ ਜ਼ਰੂਰਤ ਹੁੰਦੀ ਹੈ, ਕੁਝ ਐਸੀਆਂ ਗੱਲਾਂ ਦੀ ਸਮਝ, ਕੁਝ ਜ਼ਿਆਦਾ ਕਿ ਉਸਦੇ ਢਿੱਡ ਵਿੱਚ ਕੀ ਕੁਝ ਹੋ ਰਿਹਾ, ਕੀ ਗਤੀਵਿਧੀਆਂ ਹੋ ਰਹੀਆਂ ਨੇ, ਉਹਨਾਂ ਨੂੰ ਜਾਣਨਾ ਵੀ ਜ਼ਰੂਰੀ ਹੈ। ਓਕੇ, ਵਾਟ ਇਜ਼ ਰੀਅਲੀ ਨੀਡਡ ਇਨ ਦ ਵਰਲਡ ਟੂਡੇ। ਹਾਂ, ਇਹ ਵੀ ਟਰਾਂਸਲੇਸ਼ਨ ਦੇ ਵਿੱਚ ਇਹ ਵੀ ਆਉਂਦਾ ਹੁੰਦਾ ਕਿ ਅੱਜ ਦੀ ਦੁਨੀਆ ਵਿੱਚ ਅਸਲ ਵਿੱਚ ਜਿਸ ਚੀਜ਼ ਦੀ ਜ਼ਰੂਰਤ ਹੈ, ਕਿਸ ਚੀਜ਼ ਦੀ ਜ਼ਰੂਰਤ ਹੈ, ਆਪਾਂ ਕਹਾਂਗੇ perhaps more than ever before, it is not some new world-shattering discoveries in nuclear physics or some breathtaking discovery in chemistry। ਹਾਂਜੀ, ਅੱਗੇ ਕੀ ਗੱਲ ਹੋ ਰਹੀ ਹੈ ਤਾਂ ਕਿ ਸ਼ਾਇਦ ਪਹਿਲਾਂ, ਇਸ ਤੋਂ ਪਹਿਲਾਂ ਮਤਲਬ ਦੇ ਸਮੇਂ ਤੋਂ ਪਹਿਲਾਂ ਪਰਮਾਣੂ ਬਾਰੇ ਜਾਂ ਆਪਾਂ ਭੌਤਿਕ ਚੀਜ਼ਾਂ ਬਾਰੇ ਜਾਂ ਫਿਜ਼ਿਕਸ ਬਾਰੇ ਆਪਾਂ ਜਿਹਨੂੰ ਕਹਾਂਗੇ, ਜਿਹਨੇ ਸੰਸਾਰ ਨੂੰ ਇਹੋ ਜਿਹੀਆਂ ਕਾਢਾਂ ਕੱਢਤੀਆਂ ਵੀ ਬਿੰਦ 'ਚ ਸਾਰਾ ਸੰਸਾਰ ਨੂੰ ਖੰਡਾ ਸਕਦੀ ਆ, ਜਾਂ ਰਸਾਇਣ ਵਿਗਿਆਨ ਜਿਹਨੂੰ ਕੈਮਿਸਟਰੀ ਕਹਿੰਦੇ ਆ, ਉਹਨੇ ਇਹੋ ਜਿਹਾ, ਔਸ਼ਧੀ ਵਿਗਿਆਨ ਨੇ ਇਹੋ ਜਿਹੀਆਂ ਹੈਰਾਨੀਜਨਕ ਖੋਜਾਂ ਕਰਤੀਆਂ। ਅੱਗੇ ਦੇ ਦੀਆਂ ਇਨ ਮੈਡੀਸਨ ਹੋ ਗਿਆ, ਔਸ਼ਧੀ ਵਾਲਾ ਵੀ ਇਹੋ ਜਿਹੀਆਂ ਹੈਰਾਨੀਜਨਕ ਖੋਜਾਂ ਕਰਤੀਆਂ, ਹੈ ਨਾ, ਵੀ ਇਸ ਤੋਂ ਪਹਿਲਾਂ ਕਦੇ ਇਸ ਚੀਜ਼ ਬਾਰੇ ਨਹੀਂ ਸੋਚਿਆ ਗਿਆ। ਦ ਐਡਵਾਂਸ ਫॉर ਵਿਚ ਦ ਵਰਲਡ ਇਜ਼ ਵੇਟਿੰਗ ਬਿਹਾਈਂਡ ਐਨੀ ਡਾਊਟ is a small advance, a slight advance in charity, in understanding, forbearance, tolerance, justice and mercy। ਜੀ, ਇਹਦਾ ਕੀ ਮਤਲਬ ਆ, ਕਹਿੰਦਾ ਉਹਨੂੰ ਇਹ ਚੀਜ਼ਾਂ ਨਾਲ ਨਹੀਂ ਜ਼ਰੂਰਤ ਕਿਹਦੀ ਆ, ਉਹ ਉੱਨਤੀ ਦੀ ਜਿਸ ਦਾ ਸੰਸਾਰ ਕਿਸ ਚੀਜ਼ ਦਾ, ਕਿਸ ਖੋਜ ਦਾ ਇੰਤਜ਼ਾਰ ਕਰ ਰਿਹਾ, ਕਿ ਉਹ ਛੋਟੀ ਜਿਹੀ ਉੱਨਤੀ ਆ। ਕਿਹੜੀ ਉੱਨਤੀ ਆ, ਸਿਰਫ ਥੋੜ੍ਹੀ ਜਿਹੀ ਉੱਨਤੀ ਕਿਹਦੇ ਵਿੱਚ ਆਵੇ, ਦਾਨਸ਼ੀਲਤਾ ਵਿੱਚ, ਦਾਨਸ਼ੀਲਤਾ 'ਚ, ਸਮਝ 'ਚ, ਧੀਰਜ, ਸਹਿਣਸ਼ੀਲਤਾ, ਜਸਟਿਸ ਹੁੰਦਾ ਨਿਆਂ, ਮਰਸੀ ਹੁੰਦਾ ਦਇਆ ਦੀ ਭਾਵਨਾ। ਜਿਹੜੀਆਂ ਇਹ ਨੋਨ ਮਟੀਰੀਅਲ ਥਿੰਗਸ ਨੇ, ਇੱਧਰ ਕੰਮ ਕਰਨ ਦੀ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿੱਚ, ਇਹ ਗੱਲ ਹੋ ਰਹੀ ਹੈ। ਦੈਟ ਇਜ਼ ਵਾਟ ਦ ਵਰਲਡ ਇਜ਼ ਵੇਟਿੰਗ ਫॉर ਐਂਡ ਵੇਟਿੰਗ ਰੈਦਰ ਐਕਸੀਅਸਲੀ। ਹਾਂਜੀ, ਕਹਿੰਦੇ ਇਹ ਉਹ ਚੀਜ਼ ਆ ਜਿਸ ਦਾ ਇੰਤਜ਼ਾਰ ਪੂਰੀ ਦੁਨੀਆ ਕਰ ਰਹੀ ਆ, ਪੂਰੀ ਉਤਸੁਕਤਾ ਨਾਲ ਕਰ ਰਹੀ ਆ। ਠੀਕ ਹੈ, ਸੋ ਇਹ ਹੋ ਗਿਆ ਨੈਕਸਟ ਪੈਰਾ। ਵਟ ਚੈਰਿਟੀ ਐਂਡ ਟੋਲਰੈਂਸ ਐਂਡ ਫॉरਬेयरेंस ਐਂਡ ਦ ਅੰਡਰਸਟੈਂਡਿੰਗ ਆਫ ਵਨ ਐਂਡ ਅਦਰ ਆਰ ਨੋਨ ਮਟੀਰੀਅਲ ਮੈਟਰਸ। ਪਰੰਤੂ ਦਾਨਸ਼ੀਲਤਾ ਜਿਹੜੀ ਜਾਂ ਸਹਿਣਸ਼ੀਲਤਾ ਗਈ, ਇੱਕ ਦੂਸਰੇ ਦੀ ਸਮਝ ਰੱਖਣਾ, ਅਭੌਤਿਕ ਚੀਜ਼ਾਂ ਨੇ, ਇਹ ਮਟੀਰੀਅਲ ਥਿੰਗ ਨਹੀਂ ਹੈਗੀਆਂ, ਨੋਨ ਮਟੀਰੀਅਲ ਥਿੰਗਸ ਨੇ ਇਹ। ਐਂਡ ਇਨ ਨੋਨ ਮਟੀਰੀਅਲ ਥਿੰਗਸ, ਇਨ ਦ ਸਿੰਪਲੈਸਟ ਸੋਸ਼ਲ ਥਿੰਗਸ, ਸਾਇੰਸ ਹੈਜ਼ ਬੀਨ ਹੈਲਪਲੈਸ। ਅੱਗੇ ਵੀ ਆਪਾਂ ਇਹ ਗੱਲ ਕੀਤੀ ਹੈ, ਜਿਹੜੀਆਂ ਨੋਨ ਮਟੀਰੀਅਲ ਥਿੰਗਸ ਨੇ ਉਹਨਾਂ ਦੇ ਬਾਰੇ ਤਾਂ ਕਹਿੰਦੇ ਜਿਹੜਾ ਵਿਗਿਆਨ ਆ ਉਹਦੇ ਸਾਹਮਣੇ ਤਾਂ ਬੇਵੱਸ ਆ, ਉਹ ਤੇ ਉਹਨਾਂ ਦੀ ਕੋਈ ਚੱਲਦੀ ਹੋਈ ਨਹੀਂ, ਉਹ ਸਿਰਫ ਭੌਤਿਕ ਚੀਜ਼ਾਂ ਦੇ ਵਿਸ਼ੇ ਦੇ ਵਿੱਚ ਹੀ ਕੰਮ ਕਰ ਸਕਦਾ। ਜਿਹੜੀਆਂ ਸਮਾਜਿਕ ਸਮੱਸਿਆਵਾਂ ਨੇ ਜਾਂ ਸਮਾਜਿਕ ਚੀਜ਼ਾਂ ਨੇ ਉਹਨਾਂ ਬਾਰੇ ਉਹਦਾ ਬੇਵੱਸ ਆ, ਹੱਥ ਤੰਗ ਆ ਉੱਥੇ ਉਹਦਾ। ਇਟ ਕਾਂਟ ਈਵਨ ਹੈਲਪ ਟੂ ਡਿਸਟਿੰਗੁਇਸ਼ ਗੁੱਡ
ਫਰੋਮ ਈਵਲ। ਉਹ ਸਾਡੀ ਇਸ ਚੀਜ਼ ਵਿੱਚ ਵੀ ਕੋਈ ਮਦਦ ਨਹੀਂ ਕਰ ਸਕਦਾ, ਚੰਗਿਆਈ ਜਾਂ ਬੁਰਾਈ ਵਿੱਚ ਸਾਨੂੰ ਅੰਤਰ ਕਰਨਾ ਦੱਸ ਸਕੇ ਜਾਂ ਸਾਨੂੰ ਅੰਤਰ ਕਰਨਾ ਸਿਖਾ ਸਕੇ। ਉਹ ਇਹਦੇ 'ਚ ਕੁਝ ਨਹੀਂ ਕਰ ਸਕਦਾ। ਮੇ ਵੀ ਦਿਸ ਵਿਲ ਨਾਟ ਆਲਵੇਜ਼ ਬੀ ਸੋ। ਸ਼ਾਇਦ ਹਮੇਸ਼ਾ ਇਸੇ ਤਰ੍ਹਾਂ ਹੀ ਨਹੀਂ ਰਹੇਗਾ, ਅਸੀਂ ਉਮੀਦ ਕਰਦੇ ਹਾਂ। ਹੂ ਨੋਜ਼, ਕੌਣ ਜਾਣਦਾ। It is quite probable that someday science will effect an improvement in the human brain itself। ਕਹਿੰਦੇ ਕੌਣ ਜਾਣ ਸਕਦਾ, ਹੋ ਸਕਦਾ, ਸੰਭਾਵਨਾ ਗੀ ਵਿਗਿਆਨ ਕਿਸੇ ਦਿਨ ਇਨਸਾਨੀ ਦਿਮਾਗ ਵਿੱਚ ਸੁਧਾਰ ਲਿਆਵੇ, ਇੰਪਰੂਵਮੈਂਟ ਕਰ ਦੇਵੇ ਉਹਦੇ ਵਿੱਚ। ਓਕੇ, ਆਪਣੇ ਆਪ। ਨਾਟ ਇਨ ਅ ਸਟਰਕਚਰਲ ਇੰਪਰੂਵਮੈਂਟ ਫॉर ਇਨ ਸਟਰਕਚਰ। ਹੁਣ ਇੰਸਟਰਕਚਰਲ ਇੰਪਰੂਵਮੈਂਟ ਦੀ ਬਣਾਵਟ, ਉਹਦੀ ਸਿਰਫ ਬਣਾਵਟ ਦੀ ਗੱਲ ਨਹੀਂ ਹੋ ਰਹੀ, ਇਕੱਲੇ ਬਣਾਵਟ 'ਚ ਨਹੀਂ ਕਹਿ ਰਹੇ ਵੀ ਇਕੱਲਾ ਉਹਦੇ 'ਚ ਇੰਪਰੂਵਮੈਂਟ ਲੈ ਕੇ ਆਵੇ। ਇਨ ਹਿਊਮਨ ਬ੍ਰੇਨ ਇਨ ਦ ਗ੍ਰੇਟੈਸਟ ਮਿਰੀਕਲ ਆਫ ਆਲ। ਮਿਰੀਕਲ ਕੀ ਹੁੰਦਾ, ਆਪਾਂ ਕਹਾਂਗੇ ਮਿਰੀਕਲ ਨੂੰ ਵਿਲੱਖਣ ਜਾਂ ਕੋਈ ਜਾਦੂ, ਜਿਵੇਂ ਆਪਾਂ ਕਹਿੰਦੇ ਵੀ ਉਹਦੇ ਬ੍ਰੇਨ 'ਚ ਉਹਦੀ ਸਿਰਫ ਬਣਾਵਟ 'ਚ ਹੀ ਨਾ ਉਹ ਕਰੇ, ਉਹਦੇ ਬ੍ਰੇਨ ਨੂੰ ਅੰਦਰੋਂ ਬਦਲ ਦੇਵੇ, ਕੋਈ ਇੱਦਾਂ ਦਾ ਅਜੂਬਾ ਕਰ ਦੇਵੇ। ਇਟਸ ਅੰਡਰਸਟੈਂਡਿੰਗ ਵਿਲ ਕਮ ਲਾਸਟ। ਅਤੇ ਜਿਹੜੀ ਇਹਦੀ ਸਮਝ ਪਾਉਣਾ ਅੰਤਮ ਗੱਲ ਹੋਊਗੀ ਜੇ ਦਿਮਾਗ ਨੂੰ ਸਮਝ ਲੂਗਾ। The advance in science might one day will increase the capacity and reasoning power of human brain। ਅੱਗੇ ਕੀ ਗੱਲ ਕਰ ਰਿਹਾ ਲੇਖਕ, ਕਹਿੰਦਾ ਇਹ ਵੀ ਬਹੁਤੀ ਕੋਈ ਅਜੀਬ ਗੱਲ ਨਹੀਂ, ਵਿਗਿਆਨ ਵਿੱਚ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖ ਇੱਕ ਦਿਨ ਇਹੋ ਜਿਹਾ ਵੀ ਆਵੇ ਕਿ ਦਿਮਾਗ ਦੀ ਜਿਹੜੀ ਸਮਰੱਥਾ ਵਧਾ ਦੇਵੇ, ਸਾਡੀ ਤਰਕ ਸ਼ਕਤੀ ਨੂੰ ਵਧਾ ਦੇਵੇ ਵਿਗਿਆਨ ਸਾਡੇ ਦਿਮਾਗ ਦੀ ਨੂੰ। I should say there is a little doubt that man will one day improve on the natural man, raise his intellectual status, intellectual ਹੁੰਦਾ ਬੁੱਧੀ, ਬੌਧਿਕ ਪੱਧਰ ਹੁੰਦਾ ਹੈ ਨਾ, status, and give him greater power of reasoning and understanding। ਕਹਿੰਦੇ I should say, ਮੈਂ ਤਾਂ ਕਹਾਂਗਾ ਕਿ ਇਸ ਗੱਲ ਵਿੱਚ ਵੀ ਲਗਭਗ ਕੋਈ ਸ਼ੱਕ ਹੀ ਨਹੀਂ ਹੈਗਾ ਕਿ ਮਨੁੱਖ ਆਪਣੇ ਸੁਭਾਵਿਕ ਰੂਪ ਤੋਂ ਬਿਹਤਰ ਬਣ ਜਾਵੇਗਾ, ਜੋ ਹੈਗਾ ਅਸਲ ਦੇ ਵਿੱਚ ਉਸ ਤੋਂ ਵੀ ਵਧੀਆ ਬਣ ਜਾਵੇ, ਅਤੇ ਜਿਹੜਾ ਉਹਦਾ ਬੌਧਿਕ ਪੱਧਰ ਆ, ਇੰਟਲੈਕਚੁਅਲ ਲੈਵਲ ਆ, ਉਹ ਉਸ ਤੋਂ ਉੱਪਰ ਉੱਠ ਜਾਵੇ, ਅਤੇ ਉਹ ਖੁਦ ਨੂੰ ਤਰਕ ਕਰਨ, ਸਮਝਣ ਦੀ ਬਿਹਤਰ ਸ਼ਕਤੀ ਪ੍ਰਦਾਨ ਕਰ ਸਕੇ। ਹੀ ਮਾਈਟ ਹੈਵ sufficient reason and understanding to abolish war। ਅਤੇ ਉਹਨੂੰ ਇੰਨੀ ਅਕਲ ਆ ਜਾਵੇ, ਸੁਫੀਸ਼ੀਐਂਟ ਹੁੰਦੀ ਆ, ਆਪਾਂ ਕਹਿੰਦੇ ਹਾਂ ਕਾਫੀ ਮਾਤਰਾ ਦੇ ਵਿੱਚ, ਹੈ ਨਾ, ਉਹਨੂੰ ਇੰਨਾ ਦਿਮਾਗ ਉਹਦਾ ਕੰਮ ਕਰਨ ਲੱਗ ਜਾਵੇ, ਇੰਨੀ ਉਹਨੂੰ ਬੁੱਧੀ ਆ ਜਾਵੇ ਕਿ ਉਹ ਆਪਣੇ ਆਪ ਹੀ ਯੁੱਧ ਨੂੰ ਖਤਮ ਕਰ ਲਵੇ, ਜਿਹੜੀਆਂ ਹੁਣ ਥੋਂ ਥੋਂ ਵਾਰ ਲੱਗ ਰਹੀ ਹੈ। ਵੈਦਰ ਵਾਟ ਵਿਲ ਵੀ ਸੋ, ਵੈਦਰ ਐਂਡ ਵੈਨ ਹੀ ਵਿਲ ਹੈਵ ਅ ਬੈਟਰ ਅੰਡਰਸਟੈਂਡਿੰਗ ਆਫ ਆਲ ਹਿਜ਼ ਫੈਲੋ ਮੈਨ ਦੈਟ ਰਿਮੇਨਸ ਟੂ ਬੀ ਸੀਨ। ਕੀ ਇਸ ਤਰ੍ਹਾਂ ਹੋਵੇਗਾ ਕਿ ਉਸਨੂੰ ਆਪਣੇ ਜਿਹੜੇ ਸਾਥੀ ਜੀਵ ਨੇ ਉਹਨਾਂ ਦੇ ਬਾਰੇ ਵਿੱਚ ਬਿਹਤਰ ਸਮਝ ਪ੍ਰਾਪਤ ਹੋ ਜਾਵੇਗੀ। ਕਦ ਹੋਵੇਗੀ ਇਹ ਗੱਲ ਹਜੇ ਦੇਖਣੀ ਬਾਕੀ ਹੈ। ਰਿਮੇਨਸ ਮੀਨਸ ਬਾਕੀ ਹੈ, ਫੈਲੋ ਮੀਨਸ ਆਪਣੇ ਸਾਥੀ ਮਨੁੱਖਾਂ ਬਾਰੇ। ਇਟ ਬ੍ਰਿੰਗਸ ਅਸ ਬੈਕ ਟੂ ਦ ਕੁਐਸਚਨ। ਕਹਿੰਦਾ ਇਸ ਗੱਲ ਨਾਲ ਅਸੀਂ ਦੁਬਾਰਾ ਮੁੜ ਕੇ ਉਸੇ ਪ੍ਰਸ਼ਨ 'ਤੇ ਆਉਂਦੇ ਹਾਂ, ਵੇਅਰ ਇਜ਼ ਸਾਇੰਸ ਟੇਕਿੰਗ ਅਸ। ਸਾਇੰਸ ਸਾਨੂੰ ਕਿੱਧਰ ਨੂੰ ਲੈ ਕੇ ਜਾ ਰਿਹਾ, ਡਿਸਪਾਇਟ ਦ ਪ੍ਰੈਜ਼ੈਂਟ। ਹਾਂਜੀ, ਹੁਣ ਇਹ ਨਵਾਂ ਵਰਡ ਆਇਆ, ਦੇਖੋ ਇਹ ਵੀ ਤੁਹਾਡੇ ਲਈ, ਵਿਵਸੀਚਿਊਟ। ਇਹਦਾ ਮਤਲਬ ਕੀ ਹੁੰਦਾ, ਉਤਰਾਅ ਚੜਾਅ, ਜਿਹਨੂੰ ਆਪਾਂ ਕਹਾਂਗੇ ਅਪਸ ਐਂਡ ਡਾਊਨਸ। ਸੌਖੇ ਵਰਡਸ ਕਹਿ ਸਕਦੇ ਹਾਂ, ਵਿਸ਼ਸੀਚਿਊਟ। ਓਕੇ, ਵਿਸਿਚਿਊਟ ਐਂ ਜੇ ਕਰਕੇ ਬੋਲਦੇ ਹੋ, ਠੀਕ ਹੈ, ਨਾ ਸਮਝ ਆਵੇ, ਅਪਸ ਐਂਡ ਡਾਊਨਸ। ਓਕੇ, ਵੀ ਆਰ ਗੋਇੰਗ ਸਮਵੇਅਰ, ਦੇਅਰ ਆਰ ਟਰਬਲਸਮ ਟਾਈਮਸ ਅਹੈਡ। ਓਕੇ, ਹੁਣ ਕੀ ਗੱਲ ਹੋ ਰਹੀ ਹੈ ਇਹਦੀ, ਡਿਸਪਾਈਟ ਹੁੰਦਾ ਦੀ ਬਜਾਏ, ਹੈ ਨਾ। ਕਹਿੰਦਾ ਵਿਗਿਆਨ ਸਾਨੂੰ ਕਿੱਥੇ ਲੈ ਕੇ ਜਾ ਰਿਹਾ ਸੀ, ਇਹ ਗੱਲ ਕਰ ਰਹੇ ਸੀ ਅਸੀਂ ਕਿ ਵਰਤਮਾਨ ਦੇ ਜਿਹੜੇ ਸਾਡੇ ਉਤਰਾਅ ਚੜਾਅ ਨੇ ਉਹਨਾਂ ਦੇ ਬਾਵਜੂਦ ਅਸੀਂ ਕਿਸੇ ਨਾ ਕਿਸੇ ਗੱਲ ਲਈ ਅੱਗੇ ਤਾਂ ਵਧ ਹੀ ਰਹੇ ਹਾਂ। ਬੇਸ਼ੱਕ ਸਾਡੀ ਜ਼ਿੰਦਗੀ 'ਚ ਪ੍ਰੈਜ਼ੈਂਟ ਦੇ ਵਿੱਚ, ਪ੍ਰੈਜ਼ੈਂਟ ਟਾਈਮ 'ਚ ਬਹੁਤ ਸਾਰੇ ਉਤਰਾਅ ਚੜਾਅ ਆ ਰਹੇ ਨੇ, ਫਿਰ ਵੀ ਅਸੀਂ ਕਿਧਰ ਨੂੰ ਤਾਂ ਜਾ ਹੀ ਰਹੇ ਹਾਂ, ਹੈ ਨਾ, ਗੋਇੰਗ ਸਮਵੇਅਰ। ਚਾਹੇ ਪ੍ਰੋਬਲਮਸ ਹੈਗੀਆਂ ਨੇ, ਫਿਰ ਵੀ ਅਸੀਂ ਅੱਗੇ ਵਧ ਰਹੇ ਹਾਂ। ਬਟ ਦੋਜ਼ ਹੂ ਫੀਅਰ ਫॉर ਦ ਫਿਊਚਰ ਆ। ਅੱਗੇ ਹੁਣ ਫਿਰ ਨਵਾਂ ਵਰਡ ਆ ਗਿਆ, ਆਈ ਡੋਂਟ ਨੋ ਕਿ ਤੁਸੀਂ ਇਹ ਵਰਡ ਇਸ ਤੋਂ ਪਹਿਲਾਂ ਪੜ੍ਹਿਆ ਹੋਊ, ਖਰੇਵਨ। ਇਹਦਾ ਮੀਨਸ ਹੁੰਦਾ ਡਰਪੋਕ, ਹੈ ਨਾ, ਕਾਵਰਡਲੀ। ਆ ਦੇਖੋ ਬ੍ਰੈਕਟ 'ਚ ਲਿਖਿਆ ਹੋਇਆ, ਇਹ ਤਾਂ ਪੜ੍ਹਿਆ ਹੋਊ ਤੁਸੀਂ, ਇਹਦਾ ਮੀਨਸ ਡਰਪੋਕ, ਪਰ ਇਹ ਕਾਵਰਨ ਫਸਟ ਟਾਈਮ ਆਇਆ ਹੋ। ਖਰੇਵਨ, ਖਰੇਵਨ ਬੋਲਣਾ ਇਹਨੂੰ, ਖਰੇਵਨ। ਓਕੇ, ਡਰਪੋਕ ਇਹਦਾ ਮਤਲਬ ਵੀ ਇਨ ਸਪਿਰਿਟ, for life is becoming more and more interesting and intriguing
and exciting. I wish I had another 100 years. ਹਾਂਜੀ ਹੁਣ ਇਹਨਾਂ ਦਾ ਕੀ ਹੈ, ਕਹਿੰਦਾ ਆਉਣ ਵਾਲਾ ਸਮਾਂ ਬੇਸ਼ੱਕ ਮੁਸ਼ਕਲਾਂ ਭਰਿਆ, ਪਰ ਲੋਕ ਭਵਿੱਖ, ਜਿਹੜੇ ਲੋਕ ਭਵਿੱਖ ਦੇ ਵਿਸ਼ੇ ਦੇ ਵਿੱਚ ਡਰਦੇ ਨੇ, ਹੈ ਨਾ, ਫਿਊਚਰ ਭਵਿੱਖ ਹੋ ਗਿਆ, ਭਵਿੱਖ ਦੇ ਵਿਸ਼ੇ ਦੇ ਵਿੱਚ ਡਰਦੇ ਨੇ, ਉਹ ਆਤਮਾ ਤੋਂ, ਸਪਿਰਿਟ ਹੁੰਦੀ ਆਤਮਾ ਤੋਂ ਕਮਜ਼ੋਰ ਨੇ। ਠੀਕ ਹੈ, ਫਿਰ ਕੀ ਹੈ, ਕਹਿੰਦਾ ਕਿਉਂਕਿ ਜੀਵਨ ਜ਼ਿਆਦਾ ਤੋਂ ਜ਼ਿਆਦਾ ਹੁਣ ਜਿਹੜਾ ਲਾਈਫ ਆ ਬਿਕਮਿੰਗ ਹੋ ਰਹੀ ਆ ਮੋਰ ਐਂਡ ਮੋਰ, ਜ਼ਿਆਦਾ ਤੋਂ ਜ਼ਿਆਦਾ ਇੰਟਰਸਟਿੰਗ ਹੋ ਰਿਹਾ, ਰੌਚਿਕ ਹੋ ਰਿਹਾ। ਇਹ ਹੈਗਾ ਇੰਟ੍ਰਿਗਿੰਗ ਦਾ ਮਤਲਬ ਹੁੰਦਾ ਜਟਲ, ਜਾਂ ਆਪਾਂ ਕਹਾਂਗੇ ਪਹੇਲੀ ਦੀ ਤਰ੍ਹਾਂ, ਜਿਹੜਾ ਕੋਈ ਸਮਝ ਨਹੀਂ ਆ ਰਿਹਾ, ਹੈ ਨਾ। ਅਤੇ ਅੱਗੇ ਹੈਗਾ ਰੋਮਾਂਚਿਕ, ਐਕਸਾਈਟਿੰਗ, ਜੀਵਨ ਜ਼ਿਆਦਾ ਤੋਂ ਜ਼ਿਆਦਾ ਇੰਟਰਸਟਿੰਗ, ਜਟਲ ਔਰ ਕੀ ਕਹਾਂਗੇ ਐਕਸਾਈਟਿੰਗ ਹੋ ਰਿਹਾ। ਮੇਰੀ ਇੱਛਾ ਗੀ, ਆਈ ਵਿਸ਼, ਮੈਂ ਇਹ ਇੱਛਾ ਕਰਦਾ, ਕਾਸ਼, ਜਾਂ ਆਪਾਂ ਕਹਿ ਸਕਦੇ ਹਾਂ ਮੇਰੇ ਕੋਲ ਹੋਰ 100 ਸਾਲ ਹੁੰਦੇ, ਐਂਡ ਅਦਰ 100, ਜੀ ਮੇਰੇ ਕੋਲ ਹੋਰ 100 ਸਾਲ ਹੁੰਦੇ ਜਿਉਣ ਲਈ। ਸੋ ਇਹ ਸੀ ਬੇਟਾ ਤੁਹਾਡਾ ਸੈਕਿੰਡ ਲੈਸਨ, ਆਪਾਂ ਰੀਡ ਕਰ ਲਿਆ, ਸਾਰਾ ਪੜ੍ਹ ਲਿਆ, ਤੁਹਾਨੂੰ ਸਾਰੀ ਸਟੋਰੀ ਸਮਝ ਲੱਗ ਗਈ। ਅਤੇ ਹੁਣ ਆਪਾਂ ਅਗਲੇ ਲੈਸਨਾਂ ਦੇ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਕੁਐਸਚਨ ਆਨਸਰਸ, ਤੁਸੀਂ ਚੈੱਕ ਕਰ ਲੈਣੇ ਆ। ਚੈਨਲ ਦੇ ਨਾਲ ਬਣੇ ਰਹਿਣਾ, ਮਿਲਦੇ ਆ ਨੈਕਸਟ ਵੀਡੀਓ 'ਚ।